ਹੈਲੋ एवरीवन। ਅੱਜ ਆਪਾਂ ਕਰਾਂਗੇ ਲੈਸਨ 6 3 ਗ੍ਰੇਟ ਇੰਡੀਅਨਸ। ਤਿੰਨ ਮਹਾਨ ਭਾਰਤੀਆਂ। ਭਾਰਤ ਵਿੱਚ ਬਹੁਤ ਸਾਰੇ ਮਹਾਨ ਭਾਰਤੀਆਂ ਦਾ ਜਨਮ ਹੋਇਆ ਹੈ। ਇਸ ਚੈਪਟਰ ਦੇ ਵਿੱਚ ਅਸੀਂ ਤਿੰਨ ਮਹਾਨ ਭਾਰਤੀਆਂ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ, ਰਾਣੀ ਲక్ష్ਮੀ ਬਾਈ, ਊਧਮ ਸਿੰਘ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ। The historic period of 19th and 20th centuries witnessed the rise of many a great man in India. 19ਵੀਂ ਅਤੇ 20ਵੀਂ ਸਦੀ ਦੇ ਇਤਿਹਾਸਕ ਦੌਰ ਨੇ ਭਾਰਤ ਵਿੱਚ ਬਹੁਤ ਸਾਰੇ ਮਹਾਨ ਮਨੁੱਖਾਂ ਦੇ ਉਭਾਰ ਨੂੰ ਦੇਖਿਆ, who not only started a campaign against the social evils prevailing in the country, but also raised a banner of revolt against the British Empire, ਜਿਨ੍ਹਾਂ ਨੇ ਨਾ ਸਿਰਫ ਦੇਸ਼ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ, ਸਗੋਂ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਬਗਾਵਤ ਦਾ ਝੰਡਾ ਵੀ ਬੁਲੰਦ ਕੀਤਾ। Freedom is my birthright, declared बाल गंगाधर तिलक। बर्थ राइट यानी कि जन्म सिद्ध अधिकार। तो बाल गंगाधर तिलक ने ऐलान किया, आज़ादी साडा जन्म सिद्ध अधिकार है। Valiant fighters from all over the country, देश भर ਦੇ ਬਹਾਦਰ ਯੋਧੇ टांटिया टोपे, रानी लक्ष्मीबाई, दादा भाई नरोजी, खुदीराम बोस, श्री औरबिंदो, लाला लाजपत राय, पंडित जवाहरलाल नेहरू, महात्मा गांधी, ਭਗਤ ਸਿੰਘ, ਟੂ ਨੇਮ ਜਸਟ ਅ ਫਿਊ, ਇੱਥੇ ਅਸੀਂ ਸਿਰਫ ਕੁਝ ਹੀ ਨਾਮ ਲੈ ਰਹੇ ਹਾਂ, came to join the national struggle for freedom and eradication of social ills। ਤੋ ਇਹ ਆਜ਼ਾਦੀ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਰਾਸ਼ਟਰੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਆਏ। An important name amongst them was that of ਸਤਿਗੁਰੂ ਰਾਮ ਸਿੰਘ of ਪੰਜਾਬ। ਇਹਨਾਂ ਵਿੱਚੋਂ ਇੱਕ ਅਹਿਮ ਨਾਂ ਪੰਜਾਬ ਦੇ ਸਤਿਗੁਰੂ ਰਾਮ ਸਿੰਘ ਜੀ ਦਾ ਸੀ, who gave birth to the great ਕੁੱਕਾ movement, ਜਿਸ ਨੇ ਮਹਾਨ ਕੁੱਕਾ ਲਹਿਰ ਨੂੰ ਜਨਮ ਦਿੱਤਾ, that stood for social reforms and complete independence much before these national leaders। ਜੋ ਇਹਨਾਂ ਰਾਸ਼ਟਰੀ ਲੀਡਰਾਂ ਜਿਨ੍ਹਾਂ ਦਾ ਨਾਂ ਹਲੇ ਅਸੀਂ ਲਿਆ ਸੀ, ਜਿਵੇਂ ਕਿ ਟਾਂਟਿਆ ਟੋਪੇ, ਰਾਣੀ ਲక్ష్ਮੀਬਾਈ, ਦਾਦਾ ਭਾਈ ਨਰੋਜੀ, ਇਹਨਾਂ ਲੀਡਰਾਂ ਤੋਂ ਕਈ ਸਾਲ ਅੱਗੇ ਯਾਨੀ ਕਿ ਬਹੁਤ ਪਹਿਲਾਂ ਸਮਾਜਿਕ ਸੁਧਾਰਾਂ ਅਤੇ ਪੂਰਨ ਆਜ਼ਾਦੀ ਲਈ ਖੜੇ ਸੀ। ਤੋ ਇਹ ਜੋ ਮਹਾਨ ਲੀਡਰ ਸਨ, ਜਿਵੇਂ ਕਿ ਮਹਾਤਮਾ ਗਾਂਧੀ, ਟਾਂਟਿਆ ਟੋਪੇ, ਰਾਣੀ ਲక్ష్ਮੀਬਾਈ, ਇਹਨਾਂ ਤੋਂ ਕਈ ਸਾਲ ਅੱਗੇ ਹੀ ਸਤਿਗੁਰੂ ਰਾਮ ਸਿੰਘ ਜੀ ਜੋ ਪੰਜਾਬ ਦੇ ਸੀ, ਉਹ ਭਾਰਤ ਦੀ ਆਜ਼ਾਦੀ ਲਈ ਅੱਗੇ ਆਏ ਸੀ। Born on February 3, 1816 in the village Rian in district Ludhiana, this child shot into prominence when Guru Balak Singh Ji declared him a guru, a religious guide। 3 ਫਰਵਰੀ 1816 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਿਆਨ ਵਿੱਚ ਜਨਮੇ ਇਸ ਬੱਚੇ ਦੀ ਪ੍ਰਸਿੱਧੀ ਤਦੋਂ ਹੋਈ ਜਦੋਂ ਗੁਰੂ ਬਾਲਕ ਸਿੰਘ ਜੀ ਨੇ ਇਸ ਨੂੰ ਗੁਰੂ ਯਾਨੀ ਕਿ ਇੱਕ ਧਾਰਮਿਕ ਦਰਸ਼ਕ ਐਲਾਨਿਆ। From his headquarters at Sri Bahini Sahib in Ludhiana, the Guru started preaching his divine message। ਆਪਣੇ ਲੁਧਿਆਣਾ ਦੇ ਸ਼੍ਰੀ ਬਾਹਿਨੀ ਸਾਹਿਬ ਵਿਖੇ ਆਪਣੇ ਹੈੱਡਕੁਆਰਟਰ ਤੋਂ ਗੁਰੂ ਜੀ ਨੇ ਆਪਣੇ ਬ੍ਰਹਮ ਸੰਦੇਸ਼ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। His first sermon was delivered on the Baisakhi day in 1857। ਉਸ ਦਾ ਪਹਿਲਾ ਉਪਦੇਸ਼ 1857 ਵਿੱਚ ਵਿਸਾਖੀ ਵਾਲੇ ਦਿਨ ਦਿੱਤਾ ਗਿਆ ਸੀ। In his teachings, he exhorted the people, exhorted यानी कि किसी तरह का सलाह देना, to believe in one God, lead a simple, honest life, free from any kind of evil, to help the poor and the needy,
to work for the freedom of the country. ਆਪਣੀ ਸਿੱਖਿਆਵਾਂ ਵਿੱਚ ਉਸ ਨੇ ਲੋਕਾਂ ਨੂੰ ਇੱਕ ਰੱਬ ਵਿੱਚ ਵਿਸ਼ਵਾਸ ਕਰਨ, ਕਿਸੇ ਵੀ ਕਿਸਮ ਦੀ ਬੁਰਾਈ ਤੋਂ ਮੁਕਤ ਇੱਕ ਸਾਦਾ ਇਮਾਨਦਾਰ ਜੀਵਨ ਜਿਉਣ, ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਅਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨ ਲਈ ਕਿਹਾ। Thousands became his followers and flocked to his discourses every day. ਹਜ਼ਾਰਾਂ ਲੋਕ ਉਸ ਦੇ ਚੇਲੇ ਬਣ ਗਏ ਅਤੇ ਹਰ ਰੋਜ਼ ਉਸ ਦੇ ਪ੍ਰਵਚਨਾਂ ਵਿੱਚ ਆਉਂਦੇ ਸਨ। He strongly opposed. Oppose means किसी चीज़ के खिलाफ होना। Child marriage, female foeticide, taking of alcoholic drinks and non-vegetarian foods, dowry system, religious fanaticism, cow slaughter and casteism। तो उसने बाल विवाह, कन्या भ्रूण हत्या, ਸ਼ਰਾਬ ਪੀਣ ਅਤੇ ਮਾਸਾਹਾਰੀ ਭੋਜਨ, ਦਾਜ ਪ੍ਰਥਾ, ਧਾਰਮਿਕ ਕੱਟੜਤਾ, ਗੋ ਹੱਤਿਆ ਅਤੇ ਜਾਤੀਵਾਦ ਦਾ ਸਖਤ ਵਿਰੋਧ ਕੀਤਾ। He encouraged people to live like brothers and fight for the freedom of their country from the British rule। ਉਹਨਾਂ ਨੇ ਲੋਕਾਂ ਨੂੰ ਭਰਾਵਾਂ ਵਾਂਗ ਰਹਿਣ ਅਤੇ ਬ੍ਰਿਟਿਸ਼ ਸ਼ਾਸਨ ਤੋਂ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਨ ਲਈ ਪ੍ਰੇਰਿਤ ਕੀਤਾ। Against the British policy of divide and rule, he gave the slogan of Unite and Fight to the people of India। ਅੰਗਰੇਜ਼ਾਂ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਵਿਰੁੱਧ ਉਸ ਨੇ ਭਾਰਤ ਦੇ ਲੋਕਾਂ ਨੂੰ ਏਕਤਾ ਅਤੇ ਲੜੋ ਦਾ ਨਾਰਾ ਦਿੱਤਾ। He started a movement of non-cooperation against the British rulers and called upon the people to boycott the British। ਉਸ ਨੇ ਅੰਗਰੇਜ਼ ਸ਼ਾਸਕਾਂ ਵਿਰੁੱਧ ਨਾ ਮਿਲ ਵਰਤਣ ਦੀ ਲਹਿਰ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਅੰਗਰੇਜ਼ ਦਾ ਬਾਇਕਾਟ ਕਰਨ ਦਾ ਸੱਦਾ ਦਿੱਤਾ। It was he who introduced the concept of be Indian, buy Indian in the country। ਉਹਨਾਂ ਨੇ ਹੀ ਭਾਰਤੀ ਬਣੋ, ਦੇਸ਼ ਵਿੱਚ ਭਾਰਤੀ ਚੀਜ਼ਾਂ ਖਰੀਦੋ ਦੀ ਧਾਰਨਾ ਪੇਸ਼ ਕੀਤੀ ਸੀ। The British rulers came down heavily on his roaring followers। ਅੰਗਰੇਜ਼ ਹਾਕਮ ਉਸ ਦੇ ਗਰਜਦੇ ਪੈਰਾਕਾਰਾਂ ਯਾਨੀ ਕਿ ਬਹੁਤ ਜ਼ੋਰ ਸ਼ੋਰ ਨਾਲ ਜੋ ਪੈਰਾਕਾਰਾਂ ਉਹਨਾਂ ਦੇ ਦਿੱਤੇ ਹੋਏ ਕਹੇ ਹੋਏ ਗੱਲ ਵਿੱਚ ਪਾਰਟ ਲੈ ਰਹੇ ਸੀ, ਉਹਨਾਂ ਉੱਤੇ ਉਹ ਬੁਰੇ ਤਰੀਕੇ ਨਾਲ ਉਤਰ ਆਏ। The Punjabi word kukka stands for a roar। ਪੰਜਾਬੀ ਸ਼ਬਦ ਕੁੱਕਾ ਦਾ ਅਰਥ ਹੈ ਗਰਜਨਾ। Sri Satguru Ram Singh's followers who raised a loud voice against the British came to be popularly known as the kukka। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪੈਰਾਕਾਰਾਂ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ, ਉਹਨਾਂ ਨੂੰ ਕੁੱਕਿਆਂ ਵਜੋਂ ਜਾਣਿਆ ਜਾਣ ਲੱਗਾ। The followers of this movement were named ਨਾਮਧਾਰੀਸ। ਇਸ ਲਹਿਰ ਦੇ ਪੈਰਾਕਾਰਾਂ ਦਾ ਨਾਂ ਨਾਮਧਾਰੀ ਸੀ। The ਨਾਮਧਾਰੀ Sikhs soon became a brave force to reckon with। ਨਾਮਧਾਰੀ ਸਿੱਖ ਜਲਦੀ ਹੀ ਗਿਣੇ ਜਾਣ ਵਾਲੀ ਇੱਕ ਬਹਾਦਰ ਸ਼ਕਤੀ ਬਣ ਗਏ, ਯਾਨੀ ਕਿ ਉਹਨਾਂ ਨੂੰ ਰਿਕੋਗਨੀਸ਼ਨ ਮਿਲਣ ਲੱਗ ਪਈ ਕਿ ਇਹ ਬਹੁਤ ਬਹਾਦਰ ਸਨ। The British rulers could not tolerate the rise of such an inspired patriotic force against them। ਅੰਗਰੇਜ਼ ਹਾਕਮ ਆਪਣੇ ਵਿਰੁੱਧ ਅਜਿਹੀ ਦੇਸ਼ ਭਗਤੀ ਵਾਲੀ ਸ਼ਕਤੀ ਦੇ ਉਭਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। They let loose a reign of terror against the Kukas। ਉਹਨਾਂ ਨੇ ਕੁੱਕਿਆਂ ਦੇ ਵਿਰੁੱਧ ਦਹਿਸ਼ਤ ਦਾ ਰਾਜ ਜਾਂ ਮਾਹੌਲ ਬਣਾ ਦਿੱਤਾ। 9 ਨਾਮਧਾਰੀ Sikhs were sent to the gallows in 1871। 1871 ਦੇ ਵਿੱਚ 9 ਨਾਮਧਾਰੀ ਸਿੱਖਾਂ ਨੂੰ ਫਾਂਸੀ ਦੇ ਤਖਤੇ ਲਈ ਭੇਜਿਆ ਗਿਆ ਸੀ। While another 65 were blown by a cannon fire
in an open field in 1872 at Malerkotla, Punjab. ਜਦੋਂ ਕਿ 1872 ਵਿੱਚ ਮਲੇਰਕੋਟਲਾ ਪੰਜਾਬ ਵਿਖੇ ਇੱਕ ਖੁੱਲ੍ਹੇ ਮੈਦਾਨ ਵਿੱਚ 65 ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ। Amongst these martyrs was a 12-year-old boy named Bishan Singh. ਇਹਨਾਂ ਸ਼ਹੀਦਾਂ ਵਿੱਚ ਬਿਸ਼ਨ ਸਿੰਘ ਨਾਂ ਦਾ 12 ਸਾਲ ਦਾ ਲੜਕਾ ਸੀ। He was offered pardon ਯਾਨੀ ਕਿ ਮਾਫੀ। Pardon on the condition that he should deny his allegiance to the Kuka cause. ਤੋ ਉਸ ਨੂੰ ਇਸ ਸ਼ਰਤ ਤੇ ਮੁਆਫੀ ਦੀ ਪੇਸ਼ਕਸ਼ ਕੀਤੀ ਗਈ ਸੀ ਕਿ ਉਹ ਕੁੱਕਾ ਕੌਜ਼ ਯਾਨੀ ਕਿ ਕੁੱਕਾ ਮੂਵਮੈਂਟ ਲਈ ਆਪਣੀ ਵਫਾਦਾਰੀ ਤੋਂ ਇਨਕਾਰ ਕਰ ਦੇਵੇ। He angrily pounced upon the British officer, Mr. Cowen, Deputy Commissioner, Ludhiana. ਉਸ ਨੇ ਗੁੱਸੇ ਨਾਲ ਅੰਗਰੇਜ਼ ਅਫਸਰ ਮਿਸਟਰ ਕੋਵਨ ਜੋ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਨ ਤੇ ਹਮਲਾ ਕਰ ਦਿੱਤਾ ਐਂਡ ਪੁਲਡ ਐਟ ਹਿਸ ਬੀਅਰਡ ਅਤੇ ਉਸ ਦੀ ਦਾੜੀ ਖਿੱਚ ਲਈ। ਦ ਐਨਰੇਜਡ ਆਫਿਸਰ ਐਨਰੇਜਡ ਯਾਨੀ ਕਿ ਗੁੱਸੇ ਵਿੱਚ ਆਏ ਆਫਿਸਰ ਦ ਐਨਰੇਜਡ ਆਫਿਸਰ ਗੋਟ ਬੋਥ ਹਿਸ ਹੈਂਡ ਸੀਵੀਅਰਡ ਐਂਡ ਦੈਨ beheaded him. ਗੁੱਸੇ ਵਿੱਚ ਆਏ ਅਧਿਕਾਰੀ ਨੇ ਉਸ ਦੇ ਦੋਵੇਂ ਹੱਥ ਵੱਢ ਦਿੱਤੇ ਅਤੇ ਫਿਰ ਉਸ ਦਾ ਸਿਰ ਕਲਮ ਕਰ ਦਿੱਤਾ। The lovers of liberty refused to be cowed down by this repression but continued to fight with greater enthusiasm. Cowed down यानी कि दब जाना। तो आज़ादी ਦੇ ਪ੍ਰੇਮੀਆਂ ਨੇ ਇਸ ਜ਼ਬਰ ਤੋਂ ਨਿਰਾਸ਼ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਬੜੇ ਜੋਸ਼ ਨਾਲ ਲੜਦੇ ਰਹੇ। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ was arrested and exiled to Burma, an unknown foreign land. ਇੱਥੇ and ਨਹੀਂ ਹੋਏਗਾ, AN ਹੋਏਗਾ। ਤੋ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਜਾਣ ਵਿਦੇਸ਼ੀ ਧਰਤੀ ਬਰਮਾ ਨੂੰ ਜਲਾਵਤਨ ਕਰ ਦਿੱਤਾ ਗਿਆ। His spirit continues to guide his followers even today. ਉਸ ਦੀ ਆਤਮਾ ਜਾਂ ਉਹ ਜੋਸ਼ ਜੋ ਉਹਨਾਂ ਵਿੱਚ ਸੀ ਅੱਜ ਵੀ ਉਸ ਦੇ ਪੈਰਾਕਾਰਾਂ ਦਾ ਮਾਰਗਦਰਸ਼ਨ ਕਰਦੀ ਰਹਿੰਦੀ ਹੈ। The followers of Sri Sat Guru Ram Singh Ji continue to flourish even today under the able stewardship of their holy gurus. Presently, ਸਤਿਗੁਰੂ ਸ਼੍ਰੀ ਜਗਜੀਤ ਸਿੰਘ ਜੀ ਮਹਾਰਾਜ। ਤੋ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪੈਰਾਕਾਰਾ ਅੱਜ ਵੀ ਆਪਣੇ ਗੁਰੂ ਦੀ ਯੋਗ ਹਰੀਨੁਮਾਈ ਹੇਠ ਵੱਧ ਫੁੱਲ ਰਹੇ ਹਨ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਗੁਰੂ ਹਨ ਸਤਿਗੁਰੂ ਸ਼੍ਰੀ ਜਗਜੀਤ ਸਿੰਘ ਜੀ। ਐਂਡ spread the message of universal brotherhood, national unity, secularism, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਅਤੇ ਸਰਬ ਵਿਆਪਕ ਭਾਈਚਾਰਾ, ਰਾਸ਼ਟਰੀ ਏਕਤਾ, ਧਰਮ ਨਿਰਪੱਖਤਾ, ਸਾਦਾ ਜੀਵਨ ਅਤੇ ਉੱਚੀ ਸੋਚ ਦਾ ਸੰਦੇਸ਼ ਫੈਲਾਉਂਦੇ ਹਨ। ਸੋ ਐਵਰੀਵਨ, ਇਹ ਸੀ ਤੁਹਾਡਾ ਸਤਿਗੁਰੂ ਰਾਮ ਸਿੰਘ ਜੀ। ਅਗਲੇ ਵੀਡੀਓ ਵਿੱਚ ਆਪਾਂ ਕਰਾਂਗੇ ਪਾਰਟ 2 ਰਾਣੀ ਲక్ష్ਮੀ ਬਾਈ ਬਾਰੇ। ਥੈਂਕ ਯੂ ਵੈਰੀ ਮਚ ਐਵਰੀਵਨ।